ਕਿ ਇਸ ਹਿੰਦੁਸਤਾਨੀ ਲੀਡਰਸ਼ਿਪ ਦੀ ਜਿਹੜੀ ਮੁੱਕਰਨ ਦੀ ਪ੍ਰਵਿਰਤੀ ਹੈ ਜਾਂ ਫਿਰ ਬੇਵਫਾਈ ਦੀ ਜਿਹੜੀ ਪ੍ਰਵਿਰਤੀ ਹੈ, ਜਾਂ ਕਹਿ ਸਕਦੇ ਹੋ ਕਿ ਜਿਹੜਾ ਇਹਨਾਂ ਦਾ ਜੱਦੀ ਗੁਣ ਹੈ, ਲੀਡਰਸ਼ਿਪ ਕਿਤੇ ਨਾ ਕਿਤੇ ਸਾਡੀ ਉਸ ਨੂੰ ਸਮਝਣ ਦੇ ਵਿੱਚ ਬਹੁਤ ਹੀ ਜ਼ਿਆਦਾ ਨਾਕਾਮ ਰਹੀ। ਜਾਂ ਮੈਨੂੰ ਕਈ ਵਾਰੀ ਇੰਜ ਵੀ ਲੱਗਦਾ ਹੈ ਕਿ ਜਿਹੜਾ ਗੁਰਦੇਵ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ ਸੀ ਨਾ, ਹਿੰਦੂ ਅੰਨਾ ਤੁਰਕੂ ਕਾਣਾ, ਅਸੀਂ ਉਸ ਨਜ਼ਰੀਏ ਦੇ ਵਿੱਚੋਂ ਇਸ ਮਾਨਸਿਕਤਾ ਦਾ ਅਧਿਐਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਉਂਕਿ ਮੁੱਕਰਨਾ, ਮੈਂ ਜੇਕਰ ਸਿੱਖਾਂ ਦੇ ਨਾਲ ਕੀਤੇ ਵਾਅਦਿਆਂ ਦੀ ਗੱਲ ਛੱਡ ਵੀ ਦੇਵਾਂ ਤਾਂ ਤੁਸੀਂ ਇੱਕ ਗੱਲ ਵੇਖੋ, 1921 ਦੇ ਵਿੱਚ ਮਹਾਤਮਾ ਗਾਂਧੀ, ਮੋਹਨਦਾਸ ਕਰਮਚੰਦ ਗਾਂਧੀ ਦੇ ਵੱਲੋਂ ਸੱਤਿਆਗ੍ਰਹਿ ਸ਼ੁਰੂ ਕੀਤਾ ਜਾਂਦਾ ਹੈ ਤੇ ਨਾਲ ਹੀ ਇਹ ਕਹਿੰਦਾ ਹੈ ਕਿ ਜੇਕਰ 1 ਸਾਲ ਦੇ ਵਿੱਚ ਆਜ਼ਾਦੀ ਨਾ ਮਿਲੀ ਤਾਂ ਮੇਰੀ ਲਾਸ਼ ਸਮੁੰਦਰ ਦੇ ਵਿੱਚ ਤੈਰਦੀ ਨਜ਼ਰ ਆਵੇਗੀ। ਆਜ਼ਾਦੀ ਤੇ ਨਹੀਂ ਮਿਲਦੀ 22 ਤੱਕ ਤੇ ਲਾਸ਼ ਵੀ ਸਮੁੰਦਰ 'ਚ ਨਹੀਂ ਤੈਰਦੀ। ਇਸੇ ਤਰ੍ਹਾਂ ਲੂਣ ਦਾ ਕਾਨੂੰਨ ਤੋੜਨ ਸਮੇਂ ਉਸਨੇ ਕਿਹਾ ਕਿ ਮੈਂ ਜੇਕਰ ਸਫਲ ਨਾ ਹੋਇਆ ਤਾਂ ਸਾਬਰਮਤੀ ਆਸ਼ਰਮ ਨਹੀਂ ਜਾਵਾਂਗਾ। ਸੱਚਮੁੱਚ ਸਫਲ ਵੀ ਨਹੀਂ ਹੋਇਆ, ਸਾਬਰਮਤੀ ਆਸ਼ਰਮ ਨਹੀਂ ਗਿਆ, ਇੱਕ ਹੋਰ ਆਸ਼ਰਮ ਬਣਾ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਉਸਨੇ ਕਿਹਾ ਕਿ ਜੇਕਰ ਪਾਕਿਸਤਾਨ ਬਣਿਆ ਮੇਰੀ ਲਾਸ਼ ਦੇ ਉੱਪਰ ਬਣੇਗਾ। ਪਾਕਿਸਤਾਨ ਤਾਂ ਬਣਿਆ ਪਰ ਮੋਹਨਦਾਸ ਕਰਮਚੰਦ ਗਾਂਧੀ ਨੂੰ ਇਸ ਦਾ ਕੋਈ ਅਸਰ ਨਾ ਹੋਇਆ। ਇਸੇ ਤਰ੍ਹਾਂ ਦੇ ਨਾਲ ਇਹਨਾਂ ਸਾਰੇ ਵਰਤਾਰਿਆਂ ਦੇ ਵਿੱਚ ਸਾਨੂੰ ਇਸ ਗੱਲ ਦੀ ਸਮਝਣ ਦੀ ਲੋੜ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਸ ਸਮੇਂ ਦੀ ਜਿਹੜੀ ਲੀਡਰਸ਼ਿਪ ਸੀ ਉਸ ਨੇ ਸਿੱਖਾਂ ਦੇ ਨਾਲ ਧੋਖੇ ਕੀਤੇ। ਸੋ ਇਹ ਸਾਰਾ ਵਰਤਾਰਾ ਤਾਂ ਕਹਿ ਸਕਦੇ ਆ ਕਿ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਕਿ ਅਸੀਂ 1849 ਭਾਈ ਜਾਂ ਬਾਬਾ ਮਹਾਰਾਜ ਸਿੰਘ ਹੁਣਾਂ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੁਰੂ ਕਰਦੇ ਆ ਤੇ 1947 ਤੱਕ ਆ ਜਾਂਦੇ ਆ। ਪਰ 1947 ਅਜੇ ਆਜ਼ਾਦੀ ਨੂੰ ਕਹਿ ਸਕਦੇ ਹੋ ਕਿ ਕੁਝ ਦਿਨ ਹੋਏ ਨੇ ਕਿ 10 ਅਕਤੂਬਰ 1947 ਨੂੰ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਇਹ ਸਰਕੂਲਰ ਜਿਹੜਾ ਸੀ ਉਹ ਜਾਰੀ ਕਰ ਦਿੱਤਾ। 10 ਅਕਤੂਬਰ 1947 ਨੂੰ ਜਾਰੀ ਕੀਤੇ ਗਏ ਇਹ ਸਰਕੂਲਰ ਦੀਆਂ ਜਿਹੜੀਆਂ ਕਾਪੀਆਂ ਸੀਗੀਆਂ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੱਕ ਪਹੁੰਚੀਆਂ। ਹੁਣ ਕੁਦਰਤਨ ਅਸੀਂ ਅੱਜ ਦੇ ਪੰਜਾਬ ਵਾਂਗੂ ਇਸ ਸਾਰੇ ਵਰਤਾਰੇ ਨੂੰ ਨਾ ਵੇਖੀਏ। ਉਸ ਸਮੇਂ ਸਾਂਝਾ ਪੰਜਾਬ ਸੀ, ਹਿਮਾਚਲ, ਹਰਿਆਣਾ, ਕਿੰਨਾ ਵੱਡਾ ਪੰਜਾਬ, ਔਰ ਉਸ ਪੰਜਾਬ ਦੇ ਵਿੱਚ ਬਹੁਤ ਸਾਰੇ ਸਿੱਖ ਇਲਾਕੇ ਐਸੇ ਸਨ ਜਿੱਥੇ ਸਿੱਖ ਘੱਟ ਗਿਣਤੀ ਦੇ ਵਿੱਚ ਸਨ ਤੇ ਗੈਰ ਸਿੱਖ ਲੋਕ ਬਹੁ ਗਿਣਤੀ ਦੇ ਵਿੱਚ ਸਨ। ਸੋ ਉਸ ਸਮੇਂ ਐਵੇਂ ਦਾ ਸਰਕੂਲਰ ਜਾਰੀ ਕਰਨਾ ਜਿਹਦੇ ਵਿੱਚ ਇਹ ਗੱਲ ਲਿਖੀ ਹੋਵੇ ਕਿ ਜਿਹੜੇ ਸਿੱਖ ਨੇ ਉਹ ਇੱਕ ਜਰਾਇਮ ਪੇਸ਼ਾ ਕੌਮ ਨੇ ਔਰ ਉਹ ਵੱਖ-ਵੱਖ ਖਿੱਤਿਆਂ ਦੇ ਵਿੱਚ ਵਸਣ ਵਾਲੇ ਅਮਨ ਪਸੰਦ ਜਾਂ ਕਾਨੂੰਨ ਪਸੰਦ ਹਿੰਦੂਆਂ ਦੇ ਵਾਸਤੇ ਖਤਰਾ ਨੇ, ਕਿਉਂਕਿ ਸਿੱਖਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੇਸ਼ਾਵਰ ਮੁਜਰਮਾਂ ਵਾਲੀ ਹੈ ਔਰ ਉਹ ਲੁੱਟ-ਮਾਰ ਕਰਨਾ ਤੇ ਔਰਤ ਦੀ ਬੇਅਦਬੀ ਜਾਂ ਫਿਰ ਔਰਤ ਦੀ ਇੱਜ਼ਤ ਦੇ ਨਾਲ ਖੇਡਣਾ ਜਿਹੜਾ ਉਹਨਾਂ ਦੀ ਮਾਨਸਿਕਤਾ ਦਾ ਹਿੱਸਾ। ਔਰ ਸਭ ਤੋਂ ਵੱਧ ਹੈਰਾਨਗੀ ਦੀ ਗੱਲ ਇਹ ਹੈ ਕਿ ਜਿਸ ਵੇਲੇ ਸਿੱਖ ਜਰਾਇਮ ਪੇਸ਼ਾ ਕੌਮ ਦਾ ਸਰਕੂਲਰ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਗਿਆ, ਉਸ ਸਮੇਂ ਹੋਮ ਮਿਨਿਸਟਰ ਵੀ ਇੱਕ ਸਿੱਖ ਸਵਰਨ ਸਿੰਘ ਸੀ। ਸਰਦਾਰ ਕਪੂਰ ਸਿੰਘ ਹੁਣਾਂ ਦੇ ਕੋਲ ਜਦੋਂ ਇਹ ਸਰਕੂਲਰ ਪਹੁੰਚਿਆ ਤਾਂ ਉਹਨਾਂ ਨੇ ਇਹ ਸਰਦਾਰ ਤਾਰਾ ਸਿੰਘ ਹੁਣਾਂ ਨੂੰ, ਜਿਨ੍ਹਾਂ ਨੂੰ ਅਸੀਂ ਮਾਸਟਰ ਤਾਰਾ ਸਿੰਘ ਹੁਣਾਂ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ, ਉਹਨਾਂ ਨੂੰ ਦਿੱਤਾ। ਔਰ ਅੱਜ ਇੱਕ ਸਭ ਤੋਂ ਅਹਿਮ ਗੱਲ ਜਿਹੜੀ ਹੈ ਕਿ ਅੱਜ ਵੀ ਕਈ ਵਾਰੀ ਸਿੱਖ ਵਿਦਵਾਨ ਹੀ ਇਸ ਮੁੱਦੇ ਦੇ ਉੱਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਰਚਾ ਛੇੜ ਦਿੰਦੇ ਨੇ ਔਰ ਚਰਚਾ ਦਾ ਆਧਾਰ ਇਹ ਹੁੰਦਾ ਹੈ ਕਿ ਇਹ ਜਿਹੜਾ ਸਰਕੂਲਰ ਹੈ ਇਹ ਜਾਰੀ ਹੋਇਆ ਹੀ ਨਹੀਂ, ਜਾਂ ਫਿਰ ਸਾਰੀ ਸ਼ਬਦਾਵਲੀ ਦੇ ਵਿੱਚ ਸਿੱਖਾਂ ਦੇ ਵਾਸਤੇ ਜਰਾਇਮ ਪੇਸ਼ਾ ਕੌਮ ਕਿਤੇ ਲਿਖਿਆ ਹੀ ਨਹੀਂ। ਕਈ ਵਾਰੀ ਜਿਸ ਤਰ੍ਹਾਂ ਸਰਦਾਰ ਗੁਰਤੇਜ ਸਿੰਘ ਉਹਨਾਂ ਨੇ ਲਿਖਿਆ ਸੀ ਨਾ, ਮੈਨੂੰ ਇਹ ਸਾਰੇ ਵਰਤਾਰੇ ਨੂੰ ਜਦੋਂ ਬਾਰ-ਬਾਰ ਛੇੜਿਆ ਜਾਂਦਾ ਹੈ ਤਾਂ ਮੈਨੂੰ ਇਸ ਦੇ ਵਿੱਚੋਂ ਇਹ ਗੱਲ ਸਭ ਤੋਂ ਜ਼ਿਆਦਾ ਅਹਿਮ ਲੱਗਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਕੋਈ ਵੀ ਜਦੋਂ ਸੰਘ ਦਾ ਮੁਖੀ ਬਣਦਾ ਹੈ, ਮੈਂ ਪਿਛਲੇ ਤਕਰੀਬਨ 30 ਸਾਲਾਂ ਤੋਂ ਵੇਖਿਆ ਕਿ ਰੱਜੂ ਭਈਆ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਕੋਈ ਸੰਘ ਦਾ ਮੁਖੀ ਬਣਦਾ ਹੈ ਤੇ ਸਿੱਖਾਂ ਦੇ ਬਾਰੇ ਉਹ ਇੱਕ ਬਿਆਨ ਜ਼ਰੂਰ ਦਿੰਦਾ ਹੈ ਕਿ ਜਿਹੜੇ ਸਿੱਖ ਨੇ ਉਹ ਹਿੰਦੂ ਧਰਮ ਦਾ ਹਿੱਸਾ ਨੇ।
ਸੋ ਜਦੋਂ ਰੱਜੂ ਭਈਆ ਨੇ ਪਹਿਲੀ ਵਾਰੀ ਬਿਆਨ ਦਿੱਤਾ ਤਾਂ ਉਸ ਵੇਲੇ ਸਿੱਖਾਂ ਦਾ ਪ੍ਰਤੀਕਰਮ ਚਰਮ ਸੀਮਾ ਦੇ ਉੱਪਰ ਸੀ। ਉਸ ਤੋਂ ਬਾਅਦ ਦਾ ਮੁਖੀ ਬਿਆਨ ਦਿੰਦਾ ਹੈ, ਥੋੜਾ ਪ੍ਰਤੀਕਰਮ ਘਟ ਜਾਂਦਾ ਹੈ, ਫਿਰ ਬਿਆਨ ਦਿੱਤਾ ਜਾਂਦਾ ਹੈ, ਪ੍ਰਤੀਕਰਮ ਘਟ ਜਾਂਦਾ ਹੈ, ਉਸ ਤੋਂ ਬਾਅਦ ਪ੍ਰਤੀਕਰਮ ਹੋਰ ਘਟ ਜਾਂਦਾ ਹੈ। ਸੋ ਹੁਣ ਤੁਸੀਂ ਵੇਖੋ ਕਿ ਕਿਸੇ ਸਮੇਂ ਜਦੋਂ ਰਜਿੰਦਰ ਸਿਹੋਂ ਨੇ ਕਿਤਾਬ ਲਿਖੀ ਸੀ ਹਮ ਹਿੰਦੂ ਹੈ, ਤਾਂ ਉਸ ਵੇਲੇ ਸਰਦਾਰ ਕਾਹਨ ਸਿੰਘ ਨਾਭਾ ਦਾ ਜਿਹੜਾ ਪ੍ਰਤੀਕਰਮ ਹੈ ਉਹ ਕਿੰਨਾ ਉੱਚਾ ਸੀ। ਸਰਦਾਰ ਕਾਹਨ ਸਿੰਘ ਨਾਭਾ ਨੇ ਬਕਾਇਦਾ ਇੱਕ ਕਿਤਾਬ ਲਿਖੀ ਹਮ ਹਿੰਦੂ ਨਹੀਂ, ਔਰ ਬੜੀਆਂ ਦਲੀਲਾਂ ਦੇ ਨਾਲ ਉਸ ਦੀ ਕੱਲੀ ਕੱਲੀ ਗੱਲ ਦਾ ਜਵਾਬ ਦਿੱਤਾ। ਔਰ ਮੇਰੇ ਖਿਆਲ ਦੇ ਨਾਲ ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਅੱਜ ਵੀ ਮੇਰੇ ਖਿਆਲ ਦੇ ਨਾਲ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੇ ਵਾਸਤੇ ਕੋਈ ਮੁਸ਼ਕਲ ਨਹੀਂ ਆਉਂਦੀ ਜਦੋਂ ਕੋਈ ਕਹਿੰਦਾ ਹੈ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ। ਜਾਂ ਫਿਰ ਅੱਜ ਵੀ ਜੇਕਰ ਜਿਸ ਤਰ੍ਹਾਂ ਪਿੱਛੇ ਜਿਹਦੀ ਗੱਲ ਹੈ, ਸੰਘ ਦੇ ਵੱਲੋਂ ਇੱਕ ਪੈਂਫਲੇਟ ਵੰਡਿਆ ਗਿਆ ਕਿ ਸਿੱਖਸ ਆਰ ਨਾਟ ਏ ਸੈਪਰੇਟ ਨੇਸ਼ਨ, ਦੇ ਆਰ ਪਾਰਟ ਐਂਡ ਪਾਰਸਲ ਆਫ ਹਿੰਦੂ ਸੋਸਾਇਟੀ, ਤਾਂ ਉਸ ਵੇਲੇ ਵੀ ਉਹਦਾ ਜਵਾਬ ਦੇਣ ਦੇ ਵਾਸਤੇ ਸਾਡੇ ਕੋਲੋਂ ਹਮ ਹਿੰਦੂ ਨਹੀਂ ਕਿਤਾਬ ਤੋਂ ਵੱਡਾ ਦਸਤਾਵੇਜ਼ ਕੋਈ ਨਹੀਂ ਸੀ। ਪਰ ਹੋਇਆ ਕਿ ਇਸ ਵਰਤਾਰੇ ਨੂੰ ਸਮਝਣ ਦੀ ਲੋੜ ਹੈ ਕਿ ਹਮ ਹਿੰਦੂ ਨਹੀਂ ਇੱਕ ਵੱਡਾ ਪ੍ਰਤੀਕਰਮ ਸੀ। ਉਸ ਤੋਂ ਬਾਅਦ ਲਗਾਤਾਰ ਇਹ ਬਰਤਾਂਤ ਸਿਰਜਿਆ ਜਾਂਦਾ ਰਿਹਾ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ, ਪਰ ਹੌਲੀ ਹੌਲੀ ਸਿੱਖਾਂ ਦੇ ਅੰਦਰ ਪ੍ਰਤੀਕਰਮ ਕਰਨ ਦੀ ਜਿਹੜੀ ਕਹਿ ਸਕਦੇ ਸੀਗੇ ਕਿ ਅੰਸ਼ ਸੀ, ਉਹ ਹੌਲੀ ਹੌਲੀ ਘਟਦਾ ਗਿਆ। ਸਿੱਖਾਂ ਦਾ ਪ੍ਰਤੀਕਰਮ ਜਿਹੜਾ ਸੀ ਉਹ ਹੌਲੀ ਹੌਲੀ ਥੱਲੇ ਗਿਆ। ਔਰ ਇਸੇ ਤਰ੍ਹਾਂ ਦੇ ਨਾਲ ਹੀ ਜਿਹੜਾ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਦਾ ਮੁੱਦਾ ਹੈ, ਉਹਦੇ ਉੱਪਰ ਬਾਰ-ਬਾਰ ਬਹਿਸ ਜਿਹੜੀ ਹੈ ਉਹ ਛੇੜੀ ਜਾਂਦੀ ਹੈ। ਔਰ ਉਹਦਾ ਕਾਰਨ ਹੀ ਹੈ ਕਿ ਸਿੱਖ ਹੌਲੀ ਹੌਲੀ ਇਹਦੇ ਉੱਪਰ ਆਪਣਾ ਜਿਹੜਾ ਪ੍ਰਤੀਕਰਮ ਹੈ ਉਹ ਛੱਡ ਦੇਣ। ਔਰ ਬਾਰ-ਬਾਰ ਇਸ ਮੁੱਦੇ ਦੇ ਨਾਲ ਜਿਹੜਾ ਸਿੱਖਾਂ ਦਾ ਪ੍ਰਤੀਕਰਮ ਕਰਨ ਦਾ ਕਹਿ ਸਕਦੇ ਹੋ ਕਿ ਜਿਹੜਾ ਪਹਿਲਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਜ਼ਿਆਦਾ ਉਤੇਜਿਤ ਅੰਸ਼ ਸੀ, ਉਹ ਵੀ ਤੁਸੀਂ ਵੇਖਦੇ ਹੋ ਕਿ ਹੌਲੀ ਹੌਲੀ ਜਿਹੜਾ ਉਹ ਘਟਦਾ ਜਾ ਰਿਹਾ। ਪਰ ਜੇਕਰ ਅਸੀਂ ਇਸ ਸਾਰੇ ਵਿਸਥਾਰ ਦੇ ਵਿੱਚ ਜਾਈਏ ਤੇ ਸਰਦਾਰ ਕਪੂਰ ਸਿੰਘ ਹੁਣਾਂ ਦੇ ਕੋਲ ਜਿਸ ਵੇਲੇ ਇਹ ਸਰਕੂਲਰ ਆਇਆ, ਉਹਨਾਂ ਨੇ ਮਾਸਟਰ ਤਾਰਾ ਸਿੰਘ ਹੁਣਾਂ ਨੂੰ ਦੇ ਦਿੱਤਾ। ਔਰ ਸਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਦੇ ਵਿੱਚ ਚਾਹੇ ਤੁਸੀਂ ਸਾਚੀ ਸਾਖੀ ਨੂੰ ਪੜ੍ਹ ਕੇ ਵੇਖ ਲਓ, ਜਾਂ ਫਿਰ ਮਾਸਟਰ ਤਾਰਾ ਸਿੰਘ ਹੁਣਾਂ ਦੇ ਕੁਝ ਲੇਖਾਂ ਨੂੰ, ਜਾਂ ਫਿਰ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਲਿਖੇ ਹੋਏ ਲੇਖ ਨੇ ਉਹਨਾਂ ਨੂੰ ਪੜ੍ਹ ਕੇ ਵੇਖ ਲਓ। ਇੱਥੋਂ ਤੱਕ ਕਿ ਜਿਹੜਾ ਸਵਰਨ ਸਿੰਘ ਜਿਹੜਾ ਉਸ ਵੇਲੇ ਹੋਮ ਮਿਨਿਸਟਰ ਸੀ, ਜੇਕਰ ਉਹਦੇ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਪੜ੍ਹੋ। ਬੇਸ਼ੱਕ ਉਹ ਕਹਿੰਦਾ ਹੈ ਕਿ ਬਾਅਦ ਦੇ ਵਿੱਚ ਇਸ ਨੂੰ ਵਾਪਸ ਲੈ ਲਿਆ ਗਿਆ, ਪਰ ਇਹ ਜਿਹੜਾ ਜਰਾਇਮ ਪੇਸ਼ਾ ਕੌਮ ਦਾ ਸਰਕੂਲਰ ਸੀ ਇਹ ਜਾਰੀ ਜ਼ਰੂਰ ਕੀਤਾ ਗਿਆ। ਸੋ ਇਹਦੇ ਉੱਪਰ ਕਿਤੇ ਦੋ ਰਾਏ ਨਹੀਂ ਹੋ ਸਕਦੀਆਂ ਕਿ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਨਹੀਂ ਕਿਹਾ ਗਿਆ। ਸਰਦਾਰ ਕਪੂਰ ਸਿੰਘ ਦੇ ਸਮੇਂ ਉਸ ਵੇਲੇ ਦੀਆਂ ਜਿਹੜੇ ਕੋਰਟ ਕੇਸ ਹੁੰਦੇ ਸੀ, ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਛਪਦੀਆਂ ਸੀ, ਉਹਦਾ ਜ਼ਿਕਰ ਸਰਦਾਰ ਗੁਰਤੇਜ ਸਿੰਘ IAS ਉਹਨਾਂ ਨੇ ਬੜਾ ਬਖੂਬੀ ਕੀਤਾ ਹੈ, ਜਿਹਦੇ ਵਿੱਚ ਉਹਨਾਂ ਨੇ ਇੱਕ ਕਿਤਾਬ ਇਨ ਦਾ ਸੁਪਰੀਮ ਕੋਰਟ ਆਫ ਇੰਡੀਆ ਵਾਲੀਅਮ 2 ਜਿਹੜੀ 1955 ਦੇ ਵਿੱਚ ਛਪੀ ਹੈ, ਉਹਦੇ ਵਿੱਚ ਇੱਕ ਕੇਸ ਦਾ ਜ਼ਿਕਰ ਕੀਤਾ ਹੈ, ਸਰਦਾਰ ਕਪੂਰ ਸਿੰਘ ਵਰਸਸ ਯੂਨੀਅਨ ਆਫ ਇੰਡੀਆ। ਔਰ ਉਹਦੇ ਵਿੱਚ ਬਕਾਇਦਾ ਉਹਨਾਂ ਜ਼ਿਕਰ ਕੀਤਾ ਹੈ ਕਿ ਐਗਜ਼ੀਬਿਟ D 11/7 ਉਹਨੂੰ ਬਕਾਇਦਾ ਉਸ ਐਗਜ਼ੀਬਿਟ ਦੇ ਵਿੱਚ ਰੱਖਿਆ ਗਿਆ। ਤੇ ਇਹ ਜਿਹੜਾ ਐਗਜ਼ੀਬਿਟ ਹੁੰਦਾ ਉਸ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਜਿਹੜੀ ਕੋਰਟ ਜਾਂ ਅਦਾਲਤੀ ਜਾਂ ਜੁਡੀਸ਼ੀਅਲ ਗਰਾਊਂਡਸ ਦੇ ਬਾਰੇ ਜਾਣਕਾਰ ਸੱਜਣ ਨੇ ਉਹ ਸਾਰੇ ਜਾਣਦੇ ਨੇ ਕਿ ਇਹ ਸਿਰਫ ਤੇ ਸਿਰਫ ਜਿਹੜੇ ਮੂਲ ਦਸਤਾਵੇਜ਼ ਹੁੰਦੇ ਨੇ ਉਹਨਾਂ ਦੇ ਉੱਪਰ ਹੀ ਲੱਗਦਾ ਹੈ। ਔਰ ਬਕਾਇਦਾ ਤੌਰ ਤੇ ਜਦੋਂ ਇਸ ਮੁੱਦੇ ਦੇ ਉੱਪਰ ਬਹਿਸ ਹੋ ਰਹੀ ਹੁੰਦੀ ਹੈ ਤਾਂ ਜਿਹੜਾ ਵਿਰੋਧੀ ਧਿਰ ਦਾ ਵਕੀਲ ਹੈ ਉਸ ਦੀ ਪ੍ਰਵਾਨਗੀ ਲੈ ਕੇ ਹੀ ਇਸ ਨੂੰ ਕਾਨੂੰਨ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਜੇਕਰ ਤੁਸੀਂ ਇਸ ਸਾਰੇ ਫੈਸਲੇ ਨੂੰ ਪੜ੍ਹੋਗੇ, ਜਿਹੜਾ ਕਿ ਤੁਸੀਂ ਵੇਖ ਸਕਦੇ ਹੋ, ਤਾਂ ਉਹਦੇ ਵਿੱਚ ਇੱਕ ਅਹਿਮ ਗੱਲ ਹੈ ਡਿਜ਼ਾਇਰ ਫॉर ਵੂਮਨ ਐਂਡ ਲੂਟ, ਜਿੱਥੇ ਸਿੱਖਾਂ ਨੂੰ ਇਹ ਕਿਹਾ ਗਿਆ ਕਿ ਇਹ ਜਿੱਥੇ ਰਹਿੰਦੇ ਨੇ ਉੱਥੇ ਵਸਣ ਵਾਲੇ ਕਾਨੂੰਨ ਤੇ ਅਮਨ ਪਸੰਦ ਲੋਕਾਂ ਦੇ ਵਾਸਤੇ ਖਤਰਾ ਨੇ। ਉੱਥੇ ਕਾਰਨ ਕੀ ਦਿੱਤਾ ਗਿਆ ਕਿ ਇਹਨਾਂ ਦੇ ਅੰਦਰ ਔਰਤ ਔਰ ਲੁੱਟ ਦੀ ਜਮਾਂਦਰੂ ਇੱਛਾ ਹੈ, ਡਿਜ਼ਾਇਰ ਫॉर ਵੂਮਨ ਐਂਡ ਲੂਟ। ਹੁਣ ਕਈ ਵਾਰੀ ਜਦੋਂ ਮੈਂ ਸਾਰੇ ਵਰਤਾਰੇ ਦੀ ਗੱਲ ਕਰਦਾ ਤਾਂ ਮੈਨੂੰ ਇਹ ਜਰਾਇਮ ਪੇਸ਼ਾ ਕੌਮ ਦਾ ਜਿਹੜਾ ਸਰਕੂਲਰ ਹੈ ਨਾ, ਇਹ ਕਾਜ਼ੀ ਨੂਰ ਮੁਹੰਮਦ ਦੇ ਸਿੱਖਾਂ ਵਾਸਤੇ ਵਰਤੇ ਸਗ ਸ਼ਬਦ ਤੋਂ ਵਧੇਰੇ ਖਤਰਨਾਕ ਲੱਗਦਾ ਹੈ। ਕਾਜ਼ੀ ਨੂਰ ਮੁਹੰਮਦ ਨੇ ਤਾਂ ਸਿੱਖਾਂ ਨੂੰ ਕੁੱਤੇ ਕਿਹਾ ਸੀ, ਔਰ ਅਖੀਰ ਦੇ ਵਿੱਚ ਉਸਨੇ ਤਰੀਫੇ ਸਗਾਂ ਦੇ ਵਿੱਚ ਇਹ ਗੱਲ ਵੀ ਤਸਲੀਮ ਕਰ ਲਈ ਸੀ ਕਿ ਸਗਾ ਰਾ ਮਗੋਸਗ ਕੇ ਹਸਤੰਦ ਸ਼ੇਰ ਵ ਮਾਦਾਨ ਨੇ ਮਰਦਾਂ ਚੋਂ ਸ਼ੇਰਾਂ ਦਲੇਰ, ਕਿ ਬੇਸ਼ੱਕ ਮੈਂ ਮਜ਼ਹਬੀ ਜਨੂਨ ਦੇ ਵਿੱਚ ਇਹਨਾਂ ਨੂੰ ਕੁੱਤੇ ਆਖਦਾ ਹਾਂ, ਪਰ ਅਸਲ ਦੇ ਵਿੱਚ ਇਹ ਸ਼ੇਰਾਂ ਤੋਂ ਕਿਤੇ ਵੱਧ ਦਲੇਰ ਨੇ।
ਪਰ ਜਿਹੜੇ ਇਸ ਜ਼ਰਾਇਮ ਪੇਸ਼ਾ ਕੌਮ ਦੇ ਸਰਕੂਲਰ ਦੇ ਵਿੱਚ ਜਿਹੜੇ ਇਹ ਸ਼ਬਦ ਵਰਤੇ ਗਏ ਸੀ, ਡਿਜ਼ਾਇਰ ਫॉर ਵੂਮਨ ਐਂਡ ਲੂਟ, ਇਹਨਾਂ ਦਾ ਖੰਡਨ ਤਾਂ ਸਾਡਾ ਦੁਸ਼ਮਣ ਕਾਜ਼ੀ ਨੂਰ ਮੁਹੰਮਦ ਵੀ ਕਰਦਾ ਹੈ। ਕਹਿੰਦਾ ਕਿ ਜਨ ਗਰ ਜਵਾ ਅਸਤ ਵਾਂ ਅਸਤ ਪੀਰ, ਬਗੋ ਜੰਗ ਬੁੜੀਆ ਬਰੋ ਗੋਸ਼ਾਗੀਰ, ਕਿ ਇਹਨਾਂ ਸਗਾਂ ਭਾਵ ਕੁੱਤਿਆਂ, ਜਿਹੜਾ ਸਿੱਖਾਂ ਵਾਸਤੇ ਸ਼ਬਦ ਵਰਤਿਆ ਹੈ, ਕਿ ਇਹਨਾਂ ਦਾ ਇੱਕ ਜ਼ਮਾਂਦਰੂ ਗੁਣ ਹੈ ਕਿ ਬੇਸ਼ੱਕ ਮੈਦਾਨੇ ਜੰਗ ਦੇ ਵਿੱਚ ਜੂਝਦਿਆਂ ਇਹਨਾਂ ਦੇ ਸਾਹਮਣੇ ਦੁਸ਼ਮਣ ਦੀ ਔਰਤ, ਬੱਚੀ ਜਾਂ ਹਮ ਉਮਰ ਔਰਤ ਆ ਜਾਵੇ, ਇਹ ਉਸ ਦੀ ਇੱਜ਼ਤ ਦੇ ਨਾਲ ਕੋਈ ਖਿਲਵਾੜ ਨਹੀਂ ਕਰਦੇ, ਸਗੋਂ ਬੀਬੀ ਜੀ ਕਹਿ ਕੇ ਉਸ ਦਾ ਸਤਿਕਾਰ ਕਰਦੇ ਨੇ, ਉਸ ਦਾ ਕੋਈ ਗਹਿਣਾ ਗੱਟਾ ਨਹੀਂ ਲੁੱਟਦੇ। ਸੋ ਉਹ ਕਹਿੰਦਾ ਕਿ ਲੁੱਟਣ ਦੀ ਤੇ ਜ਼ਬਰ ਜਨਾਹ ਕਰਨ ਦੀ ਤਾਂ ਪ੍ਰਵਿਰਤੀ ਇਹਨਾਂ ਦੇ ਵਿੱਚ ਹੈ ਹੀ ਨਹੀਂ। ਔਰ ਦੂਸਰੇ ਪਾਸੇ ਇਸ ਦੇਸ਼ ਦੇ ਲੀਡਰਾਂ ਦੇ ਵੱਲੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕਹਿੰਦਿਆਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਸਿੱਖ ਨੇ ਉਹਨਾਂ ਦੇ ਅੰਦਰ ਡਿਜ਼ਾਇਰ ਫॉर ਵੂਮਨ ਐਂਡ ਲੂਟ, ਕਿ ਜਮਾਂਦਰੂ ਤੌਰ ਤੇ ਉਹਨਾਂ ਦੇ ਅੰਦਰ ਔਰਤ ਔਰ ਲੁੱਟਣ ਦੀ ਜਿਹੜੀ ਹੈ ਉਹ ਇੱਛਾ ਪਈ ਹੈ। ਸੋ ਹੁਣ ਦੂਸਰੀ ਗੱਲ ਹੈ ਕਿ ਇਹ ਜਿਹੜਾ ਸਾਂਝਾ ਪੰਜਾਬ ਸੀ ਉਸ ਵੇਲੇ ਜਦੋਂ ਇਹ ਸਰਕੂਲਰ ਜਾਰੀ ਕੀਤਾ ਗਿਆ, ਤਾਂ ਇਸ ਦਾ ਤੁਸੀਂ ਅਸਰ ਵੇਖੋ ਕਿ ਕਿੰਨਾ ਵੱਡਾ ਹੋਣਾ ਸੀ। ਬੇਸ਼ੱਕ ਕਿ ਬਾਅਦ ਦੇ ਵਿੱਚ ਸਵਰਨ ਸਿੰਘ ਨੇ ਇਸ ਦੀ ਗਲਤੀ ਵੀ ਮੰਨੀ, ਇਸ ਨੂੰ ਵਾਪਸ ਵੀ ਲਿਆ ਗਿਆ, ਪਰ ਇਸ ਦਾ ਅਸਰ ਜ਼ਰੂਰ ਹੋਇਆ। ਔਰ ਇਸ ਸਾਰੇ ਵਰਤਾਰੇ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਉਸ ਸਮੇਂ ਦੀ ਸਿਆਸੀ ਸਿੱਖ ਲੀਡਰਸ਼ਿਪ ਸੀ, ਉਹਦੇ ਵਿੱਚ ਇੱਕ ਚੇਤਨਤਾ ਜ਼ਰੂਰ ਆਈ ਕਿ ਕਿਤੇ ਨਾ ਕਿਤੇ ਹੁਣ ਸਾਨੂੰ ਸਾਡੀ ਆਬਾਦੀ ਦੇ ਹਿਸਾਬ ਦੇ ਨਾਲ ਰਾਜ ਸੱਤਾ ਦੇ ਵਿੱਚ ਹਿੱਸੇ ਦੀ ਜ਼ਰੂਰ ਲੋੜ ਹੈ। ਸੋ ਉਸ ਸਮੇਂ ਜਿਹੜੇ ਕੁੱਲ ਮੈਂਬਰ ਸੀ ਪੰਜਾਬ ਵਿਧਾਨ ਸਭਾ ਦੇ, ਉਹਨਾਂ ਦੇ ਵਿੱਚੋਂ 33 ਸਿੱਖ ਮੈਂਬਰਾਂ ਦੇ ਵਿੱਚੋਂ 32 ਨੇ ਇੱਕ ਮਤਾ ਪਾਸ ਕੀਤਾ। ਇੱਕ ਸਰਦਾਰ ਪ੍ਰਤਾਪ ਸਿੰਘ ਕੈਰੋਂ ਜਿਹੜਾ ਸੀ, ਉਸ ਨੇ ਉਹਦੇ ਉੱਪਰ ਦਸਤਖਤ ਨਹੀਂ ਕੀਤੇ। ਸੋ ਉਸ ਸਮੇਂ ਜਿਹੜੀ ਸਿੱਖ ਲੀਡਰਸ਼ਿਪ ਸੀ, ਉਹਨਾਂ ਵੱਲੋਂ ਸਾਂਝੇ ਤੌਰ ਦੇ ਉੱਪਰ ਇਹ ਮੰਗ ਕੀਤੀ ਗਈ ਕਿ ਸੂਬੇ ਦੀ ਵਜ਼ਾਰਤ ਦੇ ਵਿੱਚ ਸਿੱਖਾਂ ਨੂੰ 50% ਰਾਖਵਾਂਕਰਨ ਦਿੱਤਾ ਜਾਵੇ ਤੇ ਕੇਂਦਰ ਦੇ ਵਿੱਚ 5% ਰਾਖਵਾਂਕਰਨ ਦਿੱਤਾ ਜਾਵੇ। ਤੇ ਇਹ ਜਿਹੜਾ ਰਾਖਵਾਂਕਰਨ ਦਾ ਆਧਾਰ ਹੈ, ਇਹ 1941 ਦੀ ਜਨਸੰਖਿਆ ਦੇ ਹਿਸਾਬ ਦੇ ਨਾਲ ਨੁਮਾਇੰਦਗੀ ਦਿੱਤੀ ਜਾਵੇ। ਉਹਦਾ ਕਾਰਨ ਸੀ ਕਿ ਜੇਕਰ 1947 ਦੇ ਵਿੱਚ ਸਿੱਖਾਂ ਦੀ ਘੱਟ ਗਿਣਤੀ ਦਾ ਕਾਰਨ ਵੇਖੀਏ ਤਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਿਹੜਾ ਵੰਡ ਦੇ ਦੌਰਾਨ ਸਿੱਖਾਂ ਦਾ ਵੱਡੇ ਪੱਧਰ ਦੇ ਉੱਪਰ ਕਤਲੇਆਮ ਹੋਇਆ, ਜਿਹਦੇ ਵਾਸਤੇ ਨਹਿਰੂ, ਗਾਂਧੀ ਔਰ ਜਿਨਾਹ ਬਰਾਬਰ ਦੇ ਦੋਸ਼ੀ ਸਨ। ਦੂਸਰੀ ਗੱਲ ਸਿੱਖ ਲੀਡਰਸ਼ਿਪ ਦੇ ਵੱਲੋਂ ਰੱਖੀ ਗਈ ਕਿ ਕੇਂਦਰ ਦੇ ਵਿੱਚ ਇੱਕ ਕੈਬਨਿਟ ਤੇ ਇੱਕ ਦੂਸਰੀ ਵਜ਼ੀਰੀ, ਜਿਹਨੂੰ ਡੇਢ ਵਜ਼ੀਰੀ ਕਿਹਾ ਜਾਂਦਾ, ਉਹ ਜ਼ਰੂਰ ਦਿੱਤੀ ਜਾਵੇ ਤੇ ਪੰਜਾਬ ਦੇ ਗਵਰਨਰ ਜਾਂ ਸੀਐਮ ਦੇ ਵਿੱਚੋਂ ਜਾਂ ਮੁੱਖ ਮੰਤਰੀ ਦੇ ਵਿੱਚੋਂ ਇੱਕ ਜ਼ਰੂਰ ਸਿੱਖ ਹੋਣਾ ਚਾਹੀਦਾ ਹੈ। ਸੋ ਇਹ ਜਿਹੜੀਆਂ ਮੰਗਾਂ ਸੀ ਸਿੱਖ ਲੀਡਰਸ਼ਿਪ ਨੇ ਜਿਹੜੀਆਂ ਸੀਗੀਆਂ ਉਹ ਲਿਖੀਆਂ, ਔਰ ਇਹਦੇ ਨਾਲ ਹੀ ਇਹ ਗੱਲ ਵੀ ਲਿਖ ਦਿੱਤੀ ਕਿ ਜੇਕਰ ਹਕੂਮਤ ਨੂੰ ਸਿੱਖ ਲੀਡਰਸ਼ਿਪ ਦੀਆਂ ਇਹ ਮੰਗਾਂ ਪ੍ਰਵਾਨ ਨਹੀਂ ਤੇ ਫਿਰ ਸਿੱਖਾਂ ਨੂੰ ਵੱਖ ਕਰਕੇ ਪੰਜਾਬੀ ਸੂਬਾ ਜਿਹੜਾ ਉਹ ਦਿੱਤਾ ਜਾਵੇ।